ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ। ਆਪ ਜੀ ਦੇ ਲਈ ਜਮਨੀ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਕੱਲ੍ਹ ਕਿਸੇ ਵਿਘਨ ਕਾਰਨ ਇਹ ਵਚਨ ਪੂਰੇ ਦੇ ਪੂਰੇ ਨਹੀਂ ਭੇਜ ਸਕਿਆ ਸੀ, ਸੋ ਅੱਜ ਭੇਜ ਰਿਹਾ ਹਾਂ। ਬੇਨਤੀ ਹੈ, ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਅਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤਾਂ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ। ਤੇ ਅੱਜ ਕੱਲ੍ਹ ਤੋਂ ਅੱਗੇ ਵਚਨ ਨੰਬਰ 372। ਅੱਜ ਸਰਸਾ ਤੋਂ ਆਏ ਨਾਮਧਾਰੀ ਪੰਥ ਦੇ ਪ੍ਰੇਮੀ ਮੇਲਾ ਸਿੰਘ ਜੀ, ਜਿਨ੍ਹਾਂ ਨੇ ਹੁਣ ਪੂਜਯ ਮਨੀਸ਼ ਸਾਹਿਬ ਜੀ ਤੋਂ ਨਾਮ ਦੀ ਦਾਤ ਲੈ ਲਈ ਹੈ, ਬਹੁਤ ਹੀ ਪ੍ਰੇਮ ਅਤੇ ਵਿਸ਼ਵਾਸ ਹੈ ਆਪਣੇ ਮੁਰਸ਼ਦ 'ਤੇ। ਉਹਨਾਂ ਨੇ ਪੂਜਯ ਮਨੀਸ਼ ਸਾਹਿਬ ਜੀ ਨਾਲ ਗੱਲਬਾਤ ਕਰਦੇ ਹੋਏ ਰਾਤ ਦੀ ਮਸਜਿਦ 'ਚ ਦੱਸਿਆ ਕਿ ਬਾਬਾ ਜੀ, ਆਪ ਜੀ ਦੀ ਮਿਹਰ ਨਾਲ ਹੁਣ ਕੰਮ ਕਾਫੀ ਠੀਕ ਹੈ ਅਤੇ 2-3 ਕੰਮ ਬਹੁਤ ਹੀ ਅੜੇ ਹੋਏ ਸੀ, ਉਹ ਆਪ ਜੀ ਦੀ ਦਇਆ ਮਿਹਰ ਨਾਲ ਸੰਪੂਰਨ ਹੋ ਗਏ ਹਨ। ਅਤੇ ਹੁਣ ਪਤਾ ਹੀ ਨਹੀਂ ਲੱਗਦਾ ਕਿ ਸਤਿਗੁਰ ਸਾਰਾ ਕੰਮ ਕਿਵੇਂ ਚਲਾਉਂਦਾ ਹੈ। ਆਪ ਜੀ ਦੀ ਬਹੁਤ ਹੀ ਮਿਹਰ ਹੈ। ਮੈਂ ਆਪ ਜੀ ਦੇ ਮੂੰਹ 'ਤੇ ਵਡਿਆਈ ਨਹੀਂ ਕਰ ਸਕਦਾ। ਤਾਂ ਮਨੀਸ਼ ਸਾਹਿਬ ਜੀ ਨੇ ਬਹੁਤ ਹੀ ਦੀਨਤਾ ਨਾਲ ਫਰਮਾਇਆ, ਸਾਡਾ ਕੀ ਹੈ, ਕਰਨ ਵਾਲਾ ਤਾਂ ਸਾਰਾ ਸਤਿਗੁਰ ਹੈ, ਆਪ ਦੇਖਦੇ ਜਾਓ। ਮਸਤਾਨਾ ਜੀ ਕਿਹਾ ਕਰਦੇ ਸੀ ਕਿ ਦੁਨੀਆ ਦਾ ਰਾਮ ਸੁੱਕਾ ਰਾਮ ਹੈ, ਫਕੀਰਾਂ ਦਾ ਰਾਮ ਹਰਿਆ ਰਾਮ ਹੈ ਅਤੇ ਸਾਰੇ ਕੰਮ ਕਰਨ ਵਾਲਾ ਰਾਮ ਹੈ। ਤਾਂ ਮੇਲਾ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੀ, ਹਾਲਾਤ ਦੇਖ ਕੇ ਕਈ ਵਾਰੀ ਮਨ ਡਰ ਜਾਂਦਾ ਹੈ ਅਤੇ ਕਈ ਵਾਰੀ ਦਿਲ ਕਰਦਾ ਹੈ ਕਿ ਆਪਣੀ ਹਿਫਾਜ਼ਤ ਲਈ ਕੋਈ ਹਥਿਆਰ ਲੈ ਲਈਏ, ਪਰ ਹਾਲੀ ਸਿੱਖਾਂ ਨੂੰ ਲਾਇਸੈਂਸ ਨਹੀਂ ਦਿੰਦੇ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਸਿਮਰਨ ਤੋਂ ਵੱਡਾ ਕੋਈ ਹਥਿਆਰ ਨਹੀਂ। ਜਿੱਥੇ ਸਿਮਰਨ ਹੈ ਉੱਥੇ ਮਾਲਕ ਆਪ ਹੈ। ਹਰ ਸਿਮਰਨ ਮੇਂ ਪ੍ਰਭ ਆਪ ਨਿਰੰਕਾਰਾ। ਤਾਂ ਮੇਲਾ ਸਿੰਘ ਜੀ ਕਹਿਣ ਲੱਗੇ, ਜੀ ਵੈਸੇ ਤਾਂ ਆਪ ਜੀ ਦੀ ਦਿੱਤੀ ਹੋਈ ਦਾਤ ਬਹੁਤ ਹੀ ਵੱਡੀ ਹੈ। ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਹਾਂ ਠੀਕ ਹੈ, ਥੋੜ੍ਹੀ ਬਹੁਤ ਹਿਫਾਜ਼ਤ ਜ਼ਰੂਰ ਚਾਹੀਦੀ ਹੈ। ਕੋਈ ਆਦਮੀ ਸੀ, ਉਸ ਦਾ ਊਂਠ ਬਿਮਾਰ ਹੋ ਗਿਆ ਤਾਂ ਦਵਾਈ ਦੇਣ ਲੱਗੇ ਤਾਂ ਇੱਕ ਮੁਸਲਮਾਨ ਫਕੀਰ ਸੀ। ਉਹ ਕਹਿੰਦਾ ਕਿ ਬੇਸ਼ੱਕ ਸਤਿਗੁਰ ਪੂਰਾ ਹੈ ਅਤੇ ਹਰ ਜਗ੍ਹਾ ਸੰਭਾਲ ਕਰਨ ਵਾਲਾ ਹੈ, ਪਰ ਫਿਰ ਵੀ ਆਪਣੀ ਤਰਫੋਂ ਊਠ ਦਾ ਗੋਡਾ ਬੰਨ੍ਹ ਕੇ ਦਵਾਈ ਦਿਓ ਤਾਂ ਕਿ ਕੋਈ ਪਰੇਸ਼ਾਨੀ ਨਾ ਹੋਵੇ। ਫਿਰ ਆਪ ਜੀ ਨੇ ਪੂਰੇ ਵਿਸ਼ਵਾਸ ਅਤੇ ਭਰੋਸੇ ਨਾਲ ਫਰਮਾਇਆ, ਸਭ ਤੋਂ ਵੱਡਾ ਹਥਿਆਰ ਸਿਰਫ ਸਿਮਰਨ ਹੀ ਹੈ। ਫਿਕਰ ਨਾ ਕਰੋ, ਆਪ ਸਿਮਰਨ ਕਰੋ, ਤੁਹਾਨੂੰ ਕੁਝ ਨਹੀਂ ਹੁੰਦਾ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਮਸਤਾਨਾ ਜੀ ਅਮਰਪੁਰ ਗਏ ਹੋਏ ਸੀ। ਤਾਂ ਦੇਵਕੀ ਨੰਦਨ ਮਸਤਾਨਾ ਜੀ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਿਆ ਕਿ ਮੈਨੇਜਰ ਨੂੰ ਉੱਥੇ ਡੇਰੇ 'ਚ ਇਕੱਲਾ ਛੱਡ ਆਏ ਹੋ। ਉੱਥੇ ਤਾਂ ਦਿਨ 'ਚ ਹੀ ਡਾਕੇ ਪੈ ਰਹੇ ਨੇ। ਡੇਰੇ 'ਚ ਮੈਂ ਸੀ, ਗੱਟੂ ਗੁਰਮੁਖ ਸੀ, ਨਰਾਇਣ ਸਰ ਸੀ ਅਤੇ ਬੁੱਢਾ ਮਾਸਟਰ ਸੀ। ਤਾਂ ਇਹ ਗੱਲ ਸੁਣ ਕੇ ਮਸਤਾਨਾ ਜੀ ਕਹਿਣ ਲੱਗੇ ਕਿ ਕਿਸੇ ਦੀ ਤਾਕਤ ਨਹੀਂ ਕਿ ਮੈਨੇਜਰ ਵੱਲ ਦੇਖ ਵੀ ਜਾਏ। ਅਗਰ ਕੋਈ ਡੇਰੇ 'ਚ ਆ ਵੀ ਗਿਆ ਤਾਂ ਜਿਹੜੀਆਂ ਲੁੰਬੀਆਂ ਨੇ ਸਾਰੀਆਂ 'ਚ ਜਾਨ ਪੈ ਜਾਏਗੀ। ਡੇਰੇ ਵਿੱਚ ਜਿੰਨੇ ਵੀ ਬੁੱਤ ਬਣਾਏ ਹੋਏ ਸੀ, ਮਸਤਾਨਾ ਜੀ ਉਹਨਾਂ ਨੂੰ ਲੁੰਬੀਆਂ ਆਖਿਆ ਕਰਦੇ ਸੀ। ਆਪ ਜੀ ਨੇ ਫਿਰ ਫਰਮਾਇਆ, ਕੋਈ ਕਰਮ ਹੀ ਐਸਾ ਹੋਵੇ ਤਾਂ ਹੋਰ ਗੱਲ ਹੈ, ਨਹੀਂ ਤਾਂ ਸਤਿਗੁਰ ਹਰ ਵਕਤ ਸੰਭਾਲ ਕਰਦਾ ਹੈ। ਅਤੇ ਫਿਰ ਫਰਮਾਇਆ, ਇੱਕ ਵਾਰੀ ਅਖਬਾਰ 'ਚ ਖਬਰ ਆਈ ਸੀ ਕਿ ਕਿਸੇ ਆਦਮੀ ਨੇ ਦੂਸਰੀ ਸ਼ਾਦੀ ਕਰਵਾ ਲਈ। ਤਾਂ ਹੁਣ ਪਹਿਲੀ ਜਨਾਨੀ ਦਾ ਇੱਕ ਲੜਕਾ ਸੀ। ਉਹ ਜਨਾਨੀ ਕਹਿੰਦੀ ਕਿ ਕਿਸੇ ਹਿਸਾਬ ਨਾਲ ਲੜਕੇ ਨੂੰ ਮਰਵਾ ਦੇ। ਉਹ ਰਾਤ ਨੂੰ ਗੱਲਾਂ ਕਰ ਰਹੇ ਸੀ ਤਾਂ ਲੜਕੇ ਨੇ ਇਹ ਗੱਲ ਸੁਣ ਲਈ ਅਤੇ ਆਦਮੀ ਕਹਿੰਦਾ, ਕੱਲ੍ਹ ਮੈਂ ਇਸ ਨੂੰ ਰੋਟੀ ਲੈ ਕੇ ਖੇਤ ਭੇਜਾਂਗਾ, ਉੱਥੇ ਸੀਰੀ ਇਸ ਨੂੰ ਮਾਰ ਦੇਵੇਗਾ। ਅਤੇ ਸਵੇਰੇ ਜਦੋਂ ਲੜਕਾ ਸਕੂਲ ਗਿਆ ਤਾਂ ਉਸਨੇ ਸਾਰੀ ਰਾਤ ਵਾਲੀ ਗੱਲ ਮਾਸਟਰ ਜੀ ਨੂੰ ਦੱਸੀ। ਤਾਂ ਮਾਸਟਰ ਕਹਿਣ ਲੱਗਾ, ਕੋਈ ਇਸ ਤਰ੍ਹਾਂ ਵੀ ਹੋ ਸਕਦਾ ਹੈ। ਦੁਪਹਿਰ ਨੂੰ ਲੜਕੇ ਦਾ ਬਾਪ ਸਕੂਲ ਆਇਆ ਅਤੇ ਲੜਕੇ ਨੂੰ ਛੁੱਟੀ ਕਰਾ ਕੇ ਘਰ ਲੈ ਗਿਆ। ਉਸ ਨੂੰ ਖੇਤ ਵਿੱਚ ਭੇਜਣਾ ਹੈ। ਸਕੂਲ ਵਾਲਿਆਂ ਨੂੰ ਵੀ ਸ਼ੱਕ ਪੈ ਗਿਆ। ਲੜਕੇ ਦੇ ਬਾਪ ਨੇ ਲੜਕੇ ਨੂੰ ਰੋਟੀ ਦੇ ਕੇ ਖੇਤ ਭੇਜ ਦਿੱਤਾ ਅਤੇ ਅੱਗੇ ਸੀਰੀ ਨੇ ਕੀ ਕੀਤਾ, ਲੜਕੇ ਦੇ ਹੱਥ ਪੈਰ ਬੰਨ੍ਹ ਦਿੱਤੇ ਅਤੇ ਕਹੀ ਨਾਲ ਮਾਰਨ ਲੱਗਿਆ
ਤੇ ਅਚਾਨਕ ਹੀ ਇੱਕ ਸੱਪ ਨਿਕਲਿਆ। ਉਸਨੇ ਸੀਰੀ ਦੇ ਡੰਗ ਮਾਰਿਆ ਤੇ ਸੀਰੀ ਨੂੰ ਉੱਥੇ ਹੀ ਮਾਰ ਦਿੱਤਾ। ਕਾਫੀ ਦੇਰ ਬਾਅਦ ਲੜਕੇ ਦੇ ਬਾਪ ਨੇ ਦੇਖਿਆ ਕਿ ਸੀਰੀ ਅਜੇ ਤੱਕ ਨਹੀਂ ਆਇਆ। ਜਦੋਂ ਉਸਨੇ ਖੇਤ 'ਚ ਜਾ ਕੇ ਦੇਖਿਆ ਤਾਂ ਲੜਕਾ ਬੰਨ੍ਹਿਆ ਪਿਆ ਸੀ ਤੇ ਸੀਰੀ ਮਰਿਆ ਪਿਆ ਸੀ। ਤਾਂ ਫਿਰ ਉਸਦੇ ਬਾਪ ਨੇ ਕਹੀ ਚੱਕੀ ਤੇ ਲੜਕੇ ਨੂੰ ਮਾਰਨ ਲੱਗਿਆ। ਫਿਰ ਉਸੇ ਸੱਪ ਨੇ ਲੜਕੇ ਦੇ ਬਾਪ ਨੂੰ ਮਾਰ ਦਿੱਤਾ। ਹੁਣ ਦੂਸਰੇ ਦਿਨ ਲੜਕਾ ਜਦ ਸਕੂਲ ਨਾ ਪਹੁੰਚਿਆ ਤਾਂ ਉਹ ਖੇਤ ਪਹੁੰਚੇ। ਕੀ ਦੇਖਿਆ ਕਿ ਲੜਕੇ ਦਾ ਬਾਪ ਤੇ ਸੀਰੀ ਉੱਥੇ ਮਰੇ ਪਏ ਨੇ ਤੇ ਲੜਕਾ ਬੰਨ੍ਹਿਆ ਪਿਆ ਹੈ। ਤੇ ਫਿਰ ਲੋਕਾਂ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਇੱਕ ਹੋਰ ਸਾਖੀ ਸੁਣਾਉਂਦੇ ਫਰਮਾਇਆ ਕਿ ਜੱਜ ਸਾਹਿਬ ਜੀ ਸੁਣਾਇਆ ਕਰਦੇ ਸੀ ਕਿ ਇੱਕ ਠੇਕੇਦਾਰ ਸੀ, ਖੁਦਾਈ ਦਾ ਕੰਮ ਚੱਲ ਰਿਹਾ ਸੀ। ਇੱਕ ਮਜ਼ਦੂਰ ਸੀ, ਉਸਨੇ ਘਰ ਜਾਣ ਲਈ ਛੁੱਟੀ ਮੰਗੀ ਤਾਂ ਠੇਕੇਦਾਰ ਨੇ ਛੁੱਟੀ ਨਾ ਦਿੱਤੀ। ਉੱਥੇ ਹੀ ਇੱਕ ਸੱਪ ਖੱਡ 'ਚੋਂ ਨਿਕਲੇ ਤੇ ਅੰਦਰ ਚਲਾ ਜਾਵੇ। ਆਖਿਰ ਉਹਨਾਂ ਨੇ ਸੱਪ ਨੂੰ ਮਾਰ ਦਿੱਤਾ, ਲੇਕਿਨ ਸੱਪ ਮਰਨ ਤੋਂ ਬਾਅਦ ਵੀ ਜਿਉਂਦਾ ਹੀ ਰਿਹਾ, ਕਿਉਂਕਿ ਉਹਨਾਂ ਨੇ ਆਪਣੀ ਤਰਫੋਂ ਸੱਪ ਨੂੰ ਪੂਰੀ ਤਰ੍ਹਾਂ ਮਾਰ ਦਿੱਤਾ ਸੀ। ਪਰ ਸ਼ਾਮ ਨੂੰ ਜਦ ਮਜ਼ਦੂਰ ਛੁੱਟੀ ਕਰਕੇ ਘਰ ਜਾ ਰਿਹਾ ਸੀ ਤਾਂ ਉਸੇ ਸੱਪ ਨੂੰ ਇੱਕ ਇੱਲ ਚੱਕ ਕੇ ਲੈ ਗਈ ਅਤੇ ਜਿੱਥੇ ਮਜ਼ਦੂਰ ਜਾ ਰਿਹਾ ਸੀ ਉੱਥੇ ਹੀ ਇੱਲ ਦੇ ਪੰਜੇ 'ਚੋਂ ਛੁੱਟ ਕੇ ਸੱਪ ਮਜ਼ਦੂਰ ਦੇ ਉੱਪਰ ਡਿੱਗਿਆ ਅਤੇ ਸੱਪ ਨੇ ਮਜ਼ਦੂਰ ਦੇ ਡੰਗ ਮਾਰਿਆ ਅਤੇ ਮਜ਼ਦੂਰ ਦੀ ਮੌਤ ਹੋ ਗਈ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਇਹ ਪੁਰਾਣੇ ਬਦਲੇ ਹੁੰਦੇ ਨੇ। ਅਤੇ ਮੇਲਾ ਸਿੰਘ ਸਰਸੇ ਵਾਲੇ ਨੇ ਕਿਹਾ ਜੀ ਅੱਜ ਤਾਂ ਮੇਰਾ ਮਨ ਆਪ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਖੁਸ਼ ਹੋਇਆ ਹੈ ਅਤੇ ਬਹੁਤ ਹੀ ਆਨੰਦ ਆਇਆ ਹੈ। ਆਪ ਜੀ ਨੇ ਮੇਰੇ ਮਨ ਨੂੰ ਬਹੁਤ ਹੌਸਲਾ ਦਿੱਤਾ ਹੈ। ਆਪ ਦੀ ਵੈਸੇ ਹੀ ਬਹੁਤ ਮਿਹਰ ਹੈ। ਹੁਣ ਤਾਂ ਦੁਕਾਨ 'ਤੇ ਵੀ 3 ਕੰਮ ਕਰਨ ਵਾਲੇ ਨੇ, ਮੇਰੀ ਤਾਂ ਬਸ ਇੱਕ ਨੰਬਰਦਾਰੀ ਹੀ ਹੈ। ਕਰਨ ਵਾਲਾ ਤਾਂ ਸਤਿਗੁਰੂ ਹੀ ਹੈ। ਉੱਥੇ ਦੁਕਾਨ 'ਤੇ ਵੀ ਸਾਰਾ ਦਿਨ ਸਤਿਗੁਰ ਦੀ ਚਰਚਾ ਹੀ ਹੁੰਦੀ ਰਹਿੰਦੀ ਹੈ। ਹੁਣ ਤਾਂ ਮੇਰੇ ਗੁਆਂਢੀ ਵੀ ਇੱਧਰ ਨੂੰ ਆਉਣ ਦਾ ਖਿਆਲ ਕਰਦੇ ਨੇ ਅਤੇ ਮੇਰੇ ਘਰ ਵਾਲੇ ਵੀ ਸਾਰੇ ਖੁਸ਼ ਨੇ। ਹੁਣ ਤਾਂ ਤਸੱਲੀ ਹੋ ਗਈ ਹੈ ਕਿ ਇਹ ਲਾਈਨ ਠੀਕ ਹੈ। ਪਹਿਲਾਂ ਉਹਨਾਂ ਨੂੰ ਡਰ ਸੀ ਕਿ ਕਿਤੇ ਮੈਂ ਗਲਤ ਰਸਤੇ ਤਾਂ ਨਹੀਂ ਜਾ ਰਿਹਾ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈ। ਤਾਂ ਮਨੀਸ਼ ਸਾਹਿਬ ਜੀ ਨੇ ਬਹੁਤ ਹੀ ਭਰੋਸੇ ਨਾਲ ਫਰਮਾਇਆ, ਮੇਲਾ ਸਿੰਘ ਫਿਕਰ ਨਾ ਕਰ, ਤੂੰ ਇੱਥੇ ਸਤਿਗੁਰ ਦਾ ਖੇਲ ਦੇਖਣਾ। ਵੱਡੇ ਵੱਡੇ ਉਖੜਨਗੇ, ਕਈ ਤਾਂ ਅੰਦਰੋਂ ਅੰਦਰ ਹੀ ਉਖੜੇ ਹੋਏ ਨੇ, ਉਹਨਾਂ ਨੂੰ ਬਾਹਰਲੀ ਸ਼ਰਮ ਹੀ ਨਹੀਂ ਇੱਥੇ ਆਉਣ ਦਿੰਦੀ। ਫਿਰ ਆਪ ਜੀ ਨੇ ਕਾਫੀ ਅਫਸੋਸ ਨਾਲ ਫਰਮਾਇਆ ਇਹ ਤਾਂ ਕਾਲ ਨੇ ਸ਼ਰਾਰਤ ਕੀਤੀ ਹੈ, ਨਹੀਂ ਤਾਂ ਬਹੁਤ ਸਾਰੇ ਨਾਮਧਾਰੀਏ ਇੱਧਰ ਲੱਗਣੇ ਸੀ। ਅਤੇ ਫਿਰ ਫਰਮਾਇਆ ਮੇਲਾ ਸਿੰਘ ਘਰਦਿਆਂ ਨੂੰ ਕਹਿਣਾ ਕਿ ਹੁਣ ਅਸਲੀ ਨਾਮਧਾਰੀ ਬਣ ਗਿਆ ਹਾਂ। ਅਤੇ ਫਿਰ ਫਰਮਾਇਆ ਕਿ ਸਨ 52-53 ਦੀ ਗੱਲ ਹੈ। ਹਰਿਦੁਆਰ ਵਾਲਿਆਂ ਨੇ ਸਤਸੰਗ ਮੰਗਿਆ ਸੀ ਤਾਂ ਮਸਤਾਨਾ ਜੀ ਤਾਂ ਨਹੀਂ ਗਏ, ਉਹਨਾਂ ਨੇ ਸਾਨੂੰ ਭੇਜ ਦਿੱਤਾ। ਸਾਡੇ ਨਾਲ ਛੱਜੂ ਪਾਠੀ ਸੀ, ਇੱਕ ਲਾਂਗਰੀ ਅਤੇ ਸੋਹਣ ਸੀ। ਸਤਸੰਗ ਹੋਇਆ, ਬਹੁਤ ਸਾਰੇ ਨਾਮਧਾਰੀ ਇਕੱਠੇ ਹੋਏ, ਨਾਮ ਲੈਣ ਲਈ ਤਿਆਰ ਹੋ ਗਏ। ਤਾਂ ਪਿੰਡ ਨਕੌੜੇ ਤੋਂ ਕਾਫੀ ਬੁੱਢੇ ਵੀ ਤਿਆਰ ਹੋਏ। ਅਸੀਂ ਕਿਹਾ ਉੱਥੇ ਡੇਰੇ ਚੱਲੋ। ਤਾਂ ਮੇਲਾ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਪਹਿਲਾਂ ਤਾਂ ਮੈਂ ਵੀ ਚੋਰੀ ਚੋਰੀ ਡੇਰੇ ਆਉਂਦਾ ਸੀ, ਹੁਣ ਤਾਂ ਮੈਂ ਖੁੱਲ੍ਹੇਆਮ ਕਹਿੰਦਾ ਹਾਂ ਕਿ ਡੇਰੇ ਚੱਲਿਆ ਹਾਂ, ਬੇਸ਼ੱਕ ਮੈਨੂੰ 5000 ਰੁਪਏ ਜੁਰਮਾਨਾ ਲਾ ਦਿਓ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਕਿਹਾ ਉੱਥੇ ਮਿਰਜ਼ਾਪੁਰ ਸਤਸੰਗ 'ਚ ਬਹੁਤ ਸਾਰੇ ਨਾਮਧਾਰੀ ਆਏ ਸੀ, ਕਿਆ ਉਹਨਾਂ ਨੂੰ ਵੀ ਸਾਰਿਆਂ ਨੂੰ ਜੁਰਮਾਨਾ ਲੱਗੇਗਾ? ਤੇ ਫਿਰ ਫਰਮਾਇਆ ਵੈਸੇ ਹੀ ਦੁਨੀਆ ਉਲਟੇ ਰਸਤੇ ਪਈ ਹੈ। ਪਹਿਲਾਂ ਤਾਂ ਬਾਣੀ ਦੀ ਵੈਸੇ ਹੀ ਸਮਝ ਨਹੀਂ ਲੱਗਦੀ ਅਤੇ ਲੱਗਦੀ ਹੈ ਤਾਂ ਇਸ 'ਤੇ ਕੋਈ ਚੱਲਦਾ ਨਹੀਂ। ਤਾਂ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਇੱਕ ਮੁਸਲਮਾਨ ਸੀ, ਉਸਨੇ ਸੱਚੇ ਪਾਤਸ਼ਾਹ ਪਰਮ ਸੰਤ ਸਾਵਨ ਸ਼ਾਹ ਜੀ ਤੋਂ ਨਾਮ ਲਿਆ ਹੋਇਆ ਸੀ ਅਤੇ ਅਭਿਆਸੀ ਸੀ। ਜਿਹੜੇ ਅੰਦਰ ਜਾਂਦੇ ਨੇ ਉਹਨਾਂ ਨੂੰ ਹੀ ਬਾਣੀ ਦੀ ਕਦਰ ਹੈ, ਪਤਾ ਹੈ ਕਿ ਕੀ ਹੈ। ਉਸ ਦੀ ਲੜਕੀ ਦੀ ਜਦ ਸ਼ਾਦੀ ਹੋਈ ਤਾਂ ਨਿਕਾਹ ਤੋਂ ਪਹਿਲਾਂ ਮੌਲਵੀ ਕਹਿੰਦਾ ਕਿ ਨਿਕਾਹ ਬਾਅਦ 'ਚ ਹੋਏਗਾ, ਪਹਿਲਾਂ ਇਹ ਦੱਸ ਕਿ ਕੁਰਾਨ ਵੱਡੀ ਹੈ ਕਿ ਗੁਰੂ ਗ੍ਰੰਥ ਸਾਹਿਬ। ਤਾਂ ਉਸ ਮੁਸਲਮਾਨ ਨੇ ਉਸ ਮੌਲਵੀ ਨੂੰ ਕਿਹਾ ਕਿ ਕੁਰਾਨ ਹੈ ਸ਼ਰੀਅਤ ਅਤੇ ਗੁਰੂ ਗ੍ਰੰਥ ਸਾਹਿਬ ਹੈ ਮਾਰਫਤ ਤੇ ਹਕੀਕਤ।
ਤੁਸੀਂ ਨਿਕਾਹ ਪੜ੍ਹਾਉਣਾ ਹੈ ਤੇ ਪੜਵਾਓ, ਜੇ ਨਹੀਂ ਪੜਵਾਉਣਾ ਤੇ ਨਾ ਪੜਵਾਓ। ਇਸ ਤੋਂ ਬਾਅਦ ਸਰਦਾਰ ਮੇਲਾ ਸਿੰਘ ਜੀ ਸਰਸਾ ਵਾਲਿਆਂ ਨੇ ਦੱਸਿਆ ਕਿ ਪਾਪਾ ਜੀ ਨੇ ਦਰਬਾਰ ਦੀ ਸੇਵਾ ਦੇ ਤੌਰ 'ਤੇ ਸੇਬਾਂ ਦੀ ਪੇਟੀ ਭੇਜੀ ਹੈ। ਤਾਂ ਮਨੇਜ ਸਾਹਿਬ ਜੀ ਕਾਫੀ ਹੱਸੇ। ਤਾਂ ਕਿਹਾ ਦੇਖ ਲਓ ਬਈ। ਫਿਰ ਕਿਹਾ ਚਲੋ ਬਈ, ਇਸ ਤਰ੍ਹਾਂ ਕੋਈ ਅਸੀਂ ਚੀਜ਼ ਤਾਂ ਲੈਂਦੇ ਨਹੀਂ। ਫਿਰ ਆਪ ਜੀ ਨੇ ਅੰਦਰੋਂ ਇੱਕ ਨਵੀਂ ਲੋਈ ਮੰਗਵਾਈ, ਜੋ ਅੱਜ ਹੀ ਮੰਗਵਾਈ ਸੀ, ਅਤੇ ਮੇਲਾ ਸਿੰਘ ਜੀ ਨੂੰ ਦਿੱਤੀ ਅਤੇ ਉਹਨਾਂ ਨੂੰ ਕਿਹਾ ਕਿ ਆਪਣੇ ਪਿਤਾ ਜੀ ਨੂੰ ਸਾਡੇ ਵੱਲੋਂ ਦੇਣਾ, ਕਹਿਣਾ ਕਿ ਇਸ ਦਾ ਚੋਲਾ ਬਣਵਾ ਲੈਣ। ਜਦੋਂ ਵੇਖਣਗੇ ਤੇ ਸਾਡੀ ਯਾਦ ਆਇਆ ਕਰੇਗੀ, ਅਤੇ ਸੰਭਾਲ ਕੇ ਰੱਖਣਾ। ਧੋਣੀ ਹੋਵੇ ਤਾਂ ਡਰਾਈ ਕਲੀਨ ਕਰਵਾਉਣਾ, ਧੋਣਾ ਨਾ, ਨਹੀਂ ਤਾਂ ਗਰਮ ਕੱਪੜੇ ਧੋਣ ਤੋਂ ਬਾਅਦ ਝੜ ਜਾਂਦੇ ਨੇ। ਅਤੇ ਫਿਰ ਪੂਜਯ ਮਨੇਜ ਸਾਹਿਬ ਜੀ ਨੇ ਕਾਫੀ ਹੈਰਾਨਗੀ ਨਾਲ ਕਿਹਾ, ਦੇਖੋ ਬਈ, ਆਪ ਸੇਬਾਂ ਦੀ ਪੇਟੀ ਘੱਲੀ ਹੈ। ਮੇਲਾ ਸਿੰਘ ਜੀ ਹਾਂ ਜੀ। ਤਾਂ ਮਨੇਜ ਸਾਹਿਬ ਜੀ ਕਾਫੀ ਹੱਸੇ। ਚਲੋ ਸਾਡੇ ਵੱਲੋਂ ਇਹ ਦੇਣਾ, ਨਾਲੇ ਰੰਗ ਵੀ ਨਾਮਧਾਰੀਆਂ ਵਾਲਾ ਹੀ ਹੈ। ਫਿਰ ਮੇਲਾ ਸਿੰਘ ਜੀ ਨੇ ਪੂਜਯ ਮਨੇਜ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਆਪ ਜਦੋਂ ਵੀ ਸਰਸੇ ਆਓ ਤਾਂ ਸਾਡੀ ਦੁਕਾਨ 'ਤੇ ਜ਼ਰੂਰ ਦਰਸ਼ਨ ਦੇ ਕੇ ਜਾਓ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਕਿਹਾ, ਅੱਛਾ ਸਰਕਾਰ, ਨੌਕਰ ਕਿਸਦੇ ਹਾਂ। ਅਤੇ ਫਿਰ ਮੇਲਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ, ਸਾਡੇ ਕਈ ਗੁਆਂਢੀ ਨੇ ਜੋ ਆਪ ਜੀ ਦੇ ਦਰਸ਼ਨਾਂ ਦੀ ਉਡੀਕ 'ਚ ਬੈਠੇ ਨੇ। ਆਪ ਜੀ ਨੇ ਜ਼ਰੂਰ 5 ਮਿੰਟ ਦਾ ਟਾਈਮ ਜ਼ਰੂਰ ਕੱਢਣਾ ਹੈ। ਸਾਡਾ ਤਾਂ ਨਾਮ ਹੁਣੇ ਹੀ ਦਰਜ ਕਰ ਲਓ। ਅਤੇ ਫਿਰ ਪੂਜਯ ਮਨੇਜ ਸਾਹਿਬ ਜੀ ਨੇ ਬਹੁਤ ਹੀ ਦੀਨਤਾ ਨਾਲ ਕਿਹਾ, ਅੱਛਾ ਸਰਕਾਰ, ਗੋਲੀ ਕਿਹਦੀ ਅਤੇ ਗਹਿਣੇ ਕਿਹਦੇ? ਫਿਰ ਆਪ ਜੀ ਨੇ ਹੱਸਦੇ ਹੋਏ ਫਰਮਾਇਆ, ਬੇਈਮਾਨ ਤਾਂ ਸਾਨੂੰ ਫਸਾਏਗਾ, ਅਸੀਂ ਤਾਂ ਪਹਿਲਾਂ ਹੀ ਡਰਦੇ ਸੀ। ਫਿਰ ਆਪ ਜੀ ਨੇ ਹੱਸਦੇ ਹੋਏ ਫਰਮਾਇਆ, ਹੁਣ ਮੇਲਾ ਸਿੰਘ 'ਚ ਬੈਠ ਕੇ ਸਤਿਗੁਰ ਨਾਮਧਾਰੀਆਂ ਨੂੰ ਫੜੂਗਾ। ਵਚਨ ਨੰਬਰ 373। ਅੱਜ ਰਾਤ ਨੂੰ ਮੇਨ ਬਰਾਂਡੇ 'ਚ ਮਜਲਿਸ ਹੋਈ ਤਾਂ ਕੈਥਲ ਵਾਲੇ ਪ੍ਰੇਮੀ ਟੇਕ ਚੰਦ ਜੀ ਵੱਲ ਇਸ਼ਾਰਾ ਕਰਦੇ ਹੋਏ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਟੇਕ ਚੰਦ ਕਿੱਧਰੋਂ ਆਇਆ ਹੈ? ਤਾਂ ਟੇਕ ਚੰਦ ਨੇ ਕਿਹਾ, ਬਾਬਾ ਜੀ, ਭੈਣ ਚੋਲਾ ਛੱਡ ਗਈ ਸੀ, ਬਹਾਵਲਪੁਰ ਤੋਂ ਆਇਆ ਹਾਂ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਗਈ ਤਾਂ ਠੀਕ ਹੈ? ਤਾਂ ਟੇਕ ਚੰਦ ਜੀ ਨੇ ਕਿਹਾ, ਹਾਂਜੀ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਬਸ ਬਈ, ਇਹੀ ਹੈ। ਵਚਨ ਨੰਬਰ 374। ਅੱਜ ਰਾਤ ਦੀ ਮਜਲਿਸ 'ਚ ਸਰਸਾ ਤੋਂ ਭਾਗ ਸਿੰਘ ਦੇ ਨਾਲ ਫਿਰੋਜ਼ਪੁਰ ਦੀ ਸੰਗਤ ਟਰੱਕ 'ਤੇ ਦਰਸ਼ਨਾਂ ਲਈ ਡੇਰੇ ਆਈ। ਤਾਂ ਉਹਨਾਂ ਦੱਸਿਆ ਕਿ ਬਾਬਾ ਜੀ ਹਾਲਾਤ ਖਰਾਬ ਹੋਣ ਕਰਕੇ ਭੰਡਾਰੇ 'ਤੇ ਨਹੀਂ ਆ ਸਕੇ, ਅੱਜ ਹੀ ਆਏ ਹਾਂ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਇਸ ਵਾਰੀ ਕਾਫੀ ਸੰਗਤ ਨਹੀਂ ਆਈ। ਫਿਰ ਫਰਮਾਇਆ, ਕਿਹੜਾ ਹਾਲ ਹੈ? ਬਸ ਇੱਕ ਸਿਮਰਨ ਹੀ ਹੈ, ਵੱਡਾ ਸਹਾਈ ਹੈ। ਸਾਰੇ ਪ੍ਰੇਮੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਸਤਿਗੁਰ ਨੇ ਸਭ ਦੀ ਸੰਭਾਲ ਕੀਤੀ ਹੈ। ਵਚਨ ਨੰਬਰ 375। ਅੱਜ ਡੇਰੇ ਹੋਣ ਵਾਲੀ ਪ੍ਰੇਮੀਆਂ ਦੀ ਸ਼ਾਦੀ ਬਾਰੇ ਪੂਜਯ ਮਨੇਜ ਸਾਹਿਬ ਜੀ ਨੇ ਗੱਲ ਕਰਦੇ ਹੋਏ ਫਰਮਾਇਆ, ਚਲੋ ਠੀਕ ਹੈ, ਪ੍ਰਸ਼ਾਦ ਦਿਓ, ਹੋਰ ਕੀ ਹੈ। ਦੁਨੀਆ ਵੈਸੇ ਹੀ ਫਜ਼ੂਲ ਖਰਚ ਕਰੀ ਜਾਂਦੀ ਹੈ, ਬਰਾਤ 'ਚ ਸ਼ਰਾਬੀ ਨਾ ਹੋਣ। ਪ੍ਰੇਮੀ ਨੇ ਕਿਹਾ, ਜੀ ਨਹੀਂ, ਲੜਕੀ ਵਾਲੇ ਰਾਧਾ ਸਵਾਮੀ ਨੇ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਕਿਹਾ, ਇਹ ਵੀ ਠੀਕ ਹੈ, ਪ੍ਰੇਮੀਆਂ ਨੂੰ ਪ੍ਰੇਮੀ ਮਿਲ ਗਏ ਨੇ, ਦੁਨੀਆ ਵੈਸੇ ਹੀ ਬੰਧਨਾਂ 'ਚ ਪਈ ਹੈ। ਅਸੀਂ ਤਾਂ ਕਿਹਾ ਸੀ ਆਸਾ ਰਾਮ ਕੇ ਨਹੀਂ ਮੰਨੇ, ਇੱਥੇ ਡੇਰੇ 'ਚ ਹੀ ਸ਼ਾਦੀ ਠੀਕ ਸੀ। ਅਤੇ ਫਿਰ ਫਰਮਾਇਆ, ਇੱਥੇ 3 ਤਰੀਕ ਸੋਮਵਾਰ 2 ਲੜਕੀਆਂ ਦੀ ਸ਼ਾਦੀ ਹੋਈ ਹੈ। ਉਹ 2 ਭੈਣਾਂ ਸੀ, ਸਾਰੇ ਖੁਸ਼ ਹੋਏ ਨੇ ਅਤੇ ਸਾਰੇ ਗੈਰ ਸਤਸੰਗੀ ਸੀ। ਇੱਕ ਆਦਮੀ ਨਾਰਾਜ਼ ਹੋ ਗਿਆ, ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਨਹੀਂ ਖੋਲ੍ਹਿਆ। ਕਹਿੰਦੇ ਸੀ ਅਸੀਂ ਡੇਰੇ ਆਵਾਂਗੇ, ਲੜਕੇ ਦਾ ਬਾਪ ਇੱਥੇ ਡੇਰੇ 'ਚ ਹੀ ਰਹਿੰਦਾ ਹੈ, ਉਹ ਤਾਂ ਗਿਆ ਹੀ ਨਹੀਂ, ਘਰ ਆਪੇ ਹੀ ਬਰਾਤ ਆਈ ਸੀ। ਫਿਰ ਫਰਮਾਇਆ, ਦੁਨੀਆ ਵੈਸੇ ਹੀ ਫਜ਼ੂਲ ਖਰਚ ਕਰੀ ਜਾਂਦੀ ਹੈ, ਮਠਿਆਈ ਬਣਾਓ, ਇਹ ਕਰੋ, ਉਹ ਕਰੋ। ਤਾਂ ਚੌਧਰੀ ਸਾਹਿਬ ਜੀ ਕਹਿਣ ਲੱਗੇ, ਜੀ ਬਿਜਲੀ ਦੀ ਡੈਕੋਰੇਸ਼ਨ 'ਤੇ ਹੀ ਹਜ਼ਾਰਾਂ ਰੁਪਏ ਲਾ ਦਿੰਦੇ ਨੇ, ਇਹ ਦੀਵਾਲੀ 'ਤੇ ਜਾਂ ਹੋਰ ਤਿਉਹਾਰ 'ਤੇ ਵੈਸੇ ਹੀ ਫਜ਼ੂਲ ਖਰਚ ਕਰੀ ਜਾਂਦੇ ਨੇ। ਅਤੇ ਫਿਰ ਫਰਮਾਇਆ ਕਿ ਤੁਸੀਂ ਖਾਣਾ ਹੀ ਹੈ ਤਾਂ ਹੌਲੀ ਹੌਲੀ ਖਾ ਲਓ, ਕੋਈ ਸਿਹਤ ਤਾਂ ਬਣੇ। ਇੱਕ ਵਾਰੀ ਖਰਚਾ ਕਰਕੇ ਦਿਵਾਲਾ ਕੱਢ ਲੈਂਦੇ ਨੇ,
ਤੇ ਦੁਨੀਆ ਪੈਸੇ ਵੈਸੇ ਹੀ ਖਰਚ ਕਰੀ ਜਾਂਦੀ ਹੈ। ਅਤੇ ਫਿਰ ਫਰਮਾਇਆ, ਜਦੋਂ ਲੋਕ ਸਾਦੇ ਰਹਿੰਦੇ ਸੀ, ਸੁਖੀ ਰਹਿੰਦੇ ਸੀ। ਹੁਣ ਕਿਸੇ ਨੂੰ ਵੀ ਚੈਨ ਨਹੀਂ। ਸ਼ਕੀਨੀਆਂ ਨੇ ਖਰਾਬ ਕੀਤਾ ਹੋਇਆ ਹੈ ਸਾਰਿਆਂ ਨੂੰ। ਪਹਿਲਾਂ ਇੱਕ ਵਾਰੀ ਕੱਪੜਾ ਬਣਾ ਲੈਂਦੇ ਸੀ, ਪਤਾ ਨਹੀਂ ਉਹਨਾਂ ਕੱਪੜਿਆਂ 'ਚ ਕਿੰਨੀਆਂ ਕਿੰਨੀਆਂ ਕੁਸ਼ਾਦੀਆਂ ਕਰ ਲੈਂਦੇ ਸੀ। ਅਤੇ ਫਿਰ ਫਰਮਾਇਆ, ਸਾਡੇ ਬਾਪੂ ਜੀ ਨੇ ਸਰਦਾਰ ਚੰਨਣ ਸਿੰਘ ਬਾਰੇ ਦੱਸਿਆ ਕਿ ਇੱਕ ਖੱਦਰ ਦਾ ਪਜਾਮਾ ਸਵਾ ਲੈਂਦੇ ਤਾਂ ਉਹਨੂੰ ਘੜੇ 'ਚ ਪਾ ਕੇ ਰੱਖ ਲੈਂਦੇ ਸੀ। ਉਹਨਾਂ ਦਿਨਾਂ 'ਚ ਇਹੀ ਟਰੰਕ ਹੁੰਦੇ ਸੀ। ਜਦੋਂ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੁੰਦਾ ਤੇ ਕੱਢ ਕੇ ਮੋਢੇ 'ਤੇ ਟੰਗ ਲੈਣਾ, ਪਿੰਡ ਕੋਲੇ ਜਾ ਕੇ ਪਾ ਲੈਣਾ। ਉੱਧਰੋਂ ਆਉਣਾ ਤੇ ਪਿੰਡ 'ਚੋਂ ਨਿਕਲਦੇ ਸਾਰ ਹੀ ਲਾ ਕੇ ਮੋਢੇ 'ਤੇ ਫੇਰ ਲਿਆ ਕੇ ਘੜੇ 'ਚ ਰੱਖ ਦਿੰਦੇ। ਉਹਨਾਂ ਦਿਨਾਂ ਵਿੱਚ ਜਿਸ ਦੇ ਕੋਲ ਕੋਈ ਲਾਲ ਰੰਗ ਦਾ ਕੋਟ ਪਾਇਆ ਹੋਵੇ ਅਤੇ ਕੋਲ 100 ਰੁਪਏ ਹੋਣ, ਉਹ ਵੱਡਾ ਸ਼ਾਹੂਕਾਰ ਹੁੰਦਾ ਸੀ। ਅਤੇ ਫਿਰ ਫਰਮਾਇਆ, ਇੱਕ ਆੜ੍ਹਤੀਆ ਸੀ ਨਰਾਤਾ ਰਾਮ, ਉਹ ਸਾਡੇ 16 ਰੁਪਏ ਨਹੀਂ ਸੀ ਦੇ ਸਕਿਆ ਅਤੇ ਹਾਲੇ ਤੀਕ ਵਹੀ 'ਚ ਲਿਖੇ ਪਏ ਨੇ। ਅਤੇ ਫਿਰ ਫਰਮਾਇਆ ਕਿ 10 ਰੁਪਏ ਤਾਂ ਸਿਪਾਹੀ ਦੀ ਤਨਖਾਹ ਹੁੰਦੀ ਸੀ। ਅਤੇ ਫਿਰ ਫਰਮਾਇਆ ਕਿ ਦਿੱਲੀ ਵਾਲੇ ਬੇਰੀ ਸਾਹਿਬ 9 ਰੁਪਏ ਵਿੱਚ ਲੱਗੇ ਸੀ। ਪਹਿਲਾਂ ਲੋਕ ਲੱਸੀਆਂ ਪੀਂਦੇ ਸੀ, ਚਾਹ ਦਾ ਤਾਂ ਕਿਤੇ ਰਿਵਾਜ ਹੀ ਨਹੀਂ ਸੀ। ਲੋਕ ਸਾਦਾ ਖਾਂਦੇ ਸੀ, ਸਾਦਾ ਪਹਿਨਦੇ ਸੀ ਅਤੇ ਸੁਖੀ ਰਹਿੰਦੇ ਸੀ। ਵਚਨ ਨੰਬਰ 376। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਦਾਦੂ ਸਾਹਿਬ ਜੀ ਦਾ ਸ਼ਬਦ ਲਿਆ ਗਿਆ, ਕੋਈ ਪੀਏ ਰਾਮ ਰਸ ਪਿਆਸਾ, ਕੋਈ ਜਨ ਪੀਏ ਰਾਮ ਰਸ ਪਿਆਸਾ। ਅੱਜ ਪੂਜਮਨੀ ਸਾਹਿਬ ਜੀ ਕੁਰਸੀ 'ਤੇ ਕਾਲੇ ਰੰਗ ਦੀ ਗਰਮ ਲੋਈ ਲੈ ਕੇ ਬੈਠੇ ਸਨ ਅਤੇ ਆਪ ਜੀ ਨੇ ਆਪਣੀ ਲੋਈ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ ਕਿ ਅੱਜ ਕੱਲ੍ਹ ਕੱਪੜੇ ਖਰੀਦਣੇ ਵੀ ਬੜੇ ਮੁਸ਼ਕਿਲ ਹੋਏ ਪਏ ਨੇ, ਬਹੁਤ ਹੀ ਮਹਿੰਗੇ ਨੇ। ਅਤੇ ਫਿਰ ਸ਼ਬਦ ਦੀ ਵਿਆਖਿਆ ਕਰਦੇ ਹੋਏ ਫਰਮਾਇਆ, ਇਹ ਅੰਮ੍ਰਿਤ ਪੀਣਾ ਤਾਂ ਬਹੁਤ ਹੀ ਔਖਾ ਹੈ। ਵਚਨ ਨੰਬਰ 377। ਅੱਜ ਰਾਤ ਦੀ ਮਜਲਿਸ 'ਚ ਪਿੰਡ ਜੰਡਵਾਲਾ ਤੋਂ ਕਈ ਪ੍ਰੇਮੀ ਦਰਸ਼ਨਾਂ ਲਈ ਆਏ ਹੋਏ ਹਨ। ਤਾਂ ਪੂਜਯ ਸਾਹਿਬ ਜੀ ਨੇ ਫਰਮਾਇਆ, ਜੰਡਵਾਲਾ ਕਿਵੇਂ ਆਏ ਨੇ ਬਈ? ਪ੍ਰੇਮੀ ਜੀ ਦਰਸ਼ਨਾਂ ਲਈ ਆਏ ਹਾਂ। ਫਿਰ ਆਪ ਜੀ ਨੇ ਪੁੱਛਿਆ ਕਿ ਮਿਹਰ ਸਿੰਘ ਦੀ ਕੁੜੀ ਚੋਲਾ ਛੱਡ ਗਈ ਸੀ। ਅਤੇ ਮਿਸਤਰੀ ਕੌਰ ਸਿੰਘ ਨੇ ਕਿਹਾ, ਹਾਂਜੀ। ਅਤੇ ਫਿਰ ਪੂਜਯ ਸਾਹਿਬ ਜੀ ਨੇ ਫਰਮਾਇਆ ਕਿ ਬਲਬੀਰ ਸਿੰਘ ਆਇਆ ਸੀ, ਉਹਨੇ ਕਿਹਾ ਸੀ ਕਿ ਕੁੜੀ ਤਾਂ ਸਹੁਰਿਆਂ ਨੂੰ ਪਹਿਲਾਂ ਹੀ ਜਵਾਬ ਦੇ ਆਈ ਸੀ। ਜਦੋਂ ਬਲਬੀਰ ਸਿੰਘ ਲੈਣ ਗਿਆ ਤਾਂ ਸੰਤਾਂ ਦੀਆਂ ਫੋਟੋਆਂ ਬਾਰੇ ਕਹਿੰਦੀ ਸੀ ਕਿ ਨਾਲ ਲੈ ਚੱਲ, ਇਹ ਬੇਕਦਰੀ ਕਰਨਗੇ। ਆਪਣੀ ਸੱਸ ਨੂੰ ਕਹਿੰਦੀ ਸੀ ਕਿ ਮੈਂ ਹੁਣ ਇੱਥੇ ਵਾਪਸ ਨਹੀਂ ਆਉਣਾ। ਵਚਨ ਨੰਬਰ 378। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਬਾਹਰੋਂ ਕਿਸੇ ਪ੍ਰੇਮੀ ਦੀ ਚਿੱਠੀ ਆਈ ਅਤੇ ਸੰਗਤ 'ਚ ਸੁਣਾਈ ਗਈ। ਤਾਂ ਪੂਜਯ ਸਾਹਿਬ ਜੀ ਨੇ ਫਰਮਾਇਆ, ਦੇਖ ਲਓ ਬਈ, ਮਾਇਆ ਜਦੋਂ ਆਉਂਦੀ ਹੈ ਤਾਂ ਖਰਾਬ ਕਰਦੀ ਹੈ ਅਤੇ ਜਾਂਦੀ ਵੀ ਖਰਾਬ ਕਰਦੀ ਹੈ। ਚਿੱਠੀ ਵਿੱਚ ਲਿਖਿਆ ਸੀ ਕਿ ਜ਼ਿਆਦਾ ਮਾਇਆ ਦਿੱਤੀ ਫਿਕਰ ਦਾ ਘਰ ਹੀ ਹੈ, ਹੋਰ ਕੁਝ ਨਹੀਂ। ਲਿਖ ਰਿਹਾ ਸੀ ਕਿ ਇਹ ਗੁਨਾਹਗਾਰ ਆਪ ਜੀ ਦਾ ਸਤਸੰਗ ਵੀ ਨਹੀਂ ਸੁਣ ਸਕਿਆ। ਤਾਂ ਪੂਜਯ ਸਾਹਿਬ ਜੀ ਨੇ ਫਰਮਾਇਆ, ਦੇਖ ਲਓ, ਉਸਨੇ ਤਜਰਬਾ ਤਾਂ ਕੀਤਾ। ਅਤੇ ਫਿਰ ਫਰਮਾਇਆ, ਮਾਇਆ ਦੋ ਧਾਰੀ ਤਲਵਾਰ ਹੈ, ਇਹ ਆਈ ਵੀ ਖਰਾਬ ਕਰਕੇ ਜਾਂਦੀ ਹੈ ਅਤੇ ਜਾਂਦੀ ਵੀ ਖਰਾਬ ਕਰਕੇ ਜਾਂਦੀ ਹੈ। ਅਤੇ ਫਿਰ ਫਰਮਾਇਆ, ਇਸ ਦੀ ਤਾਂ ਆਈ ਚਲਾਈ ਹੀ ਰੱਖੇ ਤਾਂ ਠੀਕ ਰਹਿੰਦਾ ਹੈ। ਇਸ ਮਾਇਆ ਤੋਂ ਕਿਸੇ ਵਿਰਲੇ ਨੇ ਹੀ ਕੰਮ ਲਿਆ ਹੈ। ਅਤੇ ਫਿਰ ਫਰਮਾਇਆ, ਮਾਇਆ ਹੈ ਦੋ ਭਾਂਤ ਦੇਖੀ ਠੋਕ ਬਜਾਏ, ਏਕ ਮਿਲਾਵੇ ਰਾਮ ਸੇ ਏਕ ਨਰਕ ਲੈ ਜਾਏ। ਅਤੇ ਫਿਰ ਪੂਜਯ ਸਾਹਿਬ ਜੀ ਨੇ ਗ੍ਰੰਥ ਵਾਲੀ ਸਾਖੀ ਸੁਣਾਈ, ਜੋ ਆਪ ਤੀਰਥਾਂ 'ਤੇ ਜਾਣ ਵੇਲੇ ਆਪਣੇ ਚੇਲੇ ਨੂੰ ਦੇ ਗਿਆ ਸੀ ਅਤੇ ਕਹਿੰਦਾ ਸੀ, ਇਹ ਮੁਕਤੀ ਵਾਲਾ ਗ੍ਰੰਥ ਹੈ, ਸਾਂਭ ਕੇ ਰੱਖਣਾ। ਫਿਰ ਫਰਮਾਇਆ, ਕਿਵੇਂ ਬਈ ਪ੍ਰੇਮੀ ਮਿਹਰ ਸਿੰਘ? ਅਤੇ ਮਿਹਰ ਸਿੰਘ ਜੀ ਨੇ ਕਿਹਾ, ਜੀ ਮਾਇਆ ਲਈ ਸਾਰਾ ਦਿਨ ਪਿੱਟਦੇ ਰਹਿੰਦੇ ਹਾਂ। ਤਾਂ ਪੂਜਯ ਸਾਹਿਬ ਜੀ ਨੇ ਫਰਮਾਇਆ, ਇਹ ਫਸਾਉਂਦੀ ਵੀ ਬੁਰੀ ਤਰ੍ਹਾਂ ਹੈ। ਇਹੀ ਹੈ ਜੋ ਮੰਦਰਾਂ ਗੁਰਦੁਆਰਿਆਂ 'ਚ ਲੜਾਈ ਝਗੜੇ ਅਤੇ ਮਜ਼ਹਬਾਂ ਦੇ ਵਿੱਚ ਲੜਾਈ ਝਗੜੇ ਕਰਵਾਉਂਦੀ ਹੈ। ਅਤੇ ਫਿਰ ਫਰਮਾਇਆ ਕਿ ਦਾਦੂ ਸਾਹਿਬ ਜੀ ਨੇ ਕਿਹਾ ਹੈ, ਆਪ ਚਣਾਵੇ ਦੇਹਰਾ ਤਿਸ ਕਾ ਕਰੇ ਜਤਨ। ਅਤੇ ਫਿਰ ਫਰਮਾਇਆ, ਜੀਵਾਂ ਨੂੰ ਤਾਂ ਮਾਰਦੇ ਨੇ ਲੋਕ ਅਤੇ ਆਪਣੀਆਂ ਬਣਾਈਆਂ ਬਿਲਡਿੰਗਾਂ
ਸਾਂਭ ਕੇ ਰੱਖਦਾ ਹੈ। ਵਚਨ ਨੰਬਰ 379। ਅੱਜ ਸਰਸਾ ਤੋਂ ਆਏ ਲੜਕੇ ਟੀ ਮਕਾਨੀ ਵੱਲ ਇਸ਼ਾਰਾ ਕਰਦੇ ਹੋਏ ਪੂਜਯਮਨੀ ਸਾਹਿਬ ਜੀ ਨੇ ਫਰਮਾਇਆ, ਵੀ ਤੂੰ ਹੱਸਦਾ ਕਿਉਂ ਹੈ, ਤੇਰੇ ਦਰਦ ਦਾ ਕੀ ਹਾਲ ਹੈ? ਤਾਂ ਟੀ ਮਕਾਨੀ ਨੇ ਕਿਹਾ, ਜੀ ਠੀਕ ਹੈ। ਤਾਂ ਪੂਜਯਮਨੀ ਸਾਹਿਬ ਜੀ ਨੇ ਫਰਮਾਇਆ, ਦੇਖ ਲਓ ਬਈ, ਅਸੀਂ ਵੀ ਪੜ੍ਹਿਆ ਸੀ ਕਿ ਪੱਥਰੀ ਦੇ ਲਈ ਸੇਬ ਦਾ ਰਸ ਦਿਓ ਤਾਂ ਪੱਥਰੀ ਠੀਕ ਹੋ ਜਾਂਦੀ ਹੈ। ਤਾਂ ਆਪ ਜੀ ਨੇ ਟੀ ਤੋਂ ਪੁੱਛਿਆ ਕਿ ਤੂੰ ਰਸ ਪੀਣਾ ਹੈ? ਤਾਂ ਟੀ ਨੇ ਕਿਹਾ, ਜੀ ਹਾਂ। ਫਿਰ ਪੂਜਯਮਨੀ ਸਾਹਿਬ ਜੀ ਨੇ ਫਰਮਾਇਆ, ਦੇਖ ਲਓ ਬਈ। ਅਤੇ ਫਿਰ ਟੀ ਮਕਾਨੀ ਨੂੰ ਪੁੱਛਿਆ ਕਿ ਹੁਣ ਕਾਹਦਾ ਰਸ ਪੀਣਾ ਹੈ? ਅਤੇ ਟੀ ਨੇ ਕਿਹਾ, ਜੀ ਹੁਣ ਗਾਜਰ ਦਾ ਰਸ ਪੀਣਾ ਹਾਂ। ਅਤੇ ਫਿਰ ਪੁੱਛਿਆ ਕਿ ਕਿੰਨਾ ਪੀਣਾ ਹੈ? ਅਤੇ ਟੀ ਨੇ ਕਿਹਾ, ਜੀ 2 ਗਲਾਸ ਪੀਣਾ ਹਾਂ। ਤਾਂ ਪੂਜਯਮਨੀ ਸਾਹਿਬ ਜੀ ਨੇ ਫਰਮਾਇਆ, ਬਈ ਸਾਡੇ ਤੋਂ ਤਾਂ ਅੱਧੀ ਪਿਆਲੀ ਵੀ ਨਹੀਂ ਪੀਤਾ ਜਾਂਦਾ। ਅਤੇ ਫਿਰ ਫਰਮਾਇਆ, ਦੇਖ ਲਓ ਬਈ, ਆਰਾਮ ਆਉਣਾ ਹੈ ਤਾਂ ਮਾਮੂਲੀ ਜਿਹੀ ਦਵਾਈ ਨਾਲ ਆ ਜਾਂਦਾ ਹੈ, ਨਹੀਂ ਤਾਂ ਹਜ਼ਾਰਾਂ ਇਲਾਜ ਕਰਾ ਲਓ, ਠੀਕ ਨਹੀਂ ਹੁੰਦਾ। ਇਹ ਸਭ ਕਰਮਾਂ ਦੇ ਸਿਲਸਿਲੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂਜਯਮਨੀ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਅਤੇ ਨਾਲ ਹੀ ਮੇਰੀ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ ਕਬੂਲ ਫਰਮਾਓ।